ਇਸ YouTube ਵੀਡੀਓ ਨੂੰ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਅਤੇ ਦੋਸਤਾਂ ਦਾ ਮੇਰੇ ਇਸ YouTube ਚੈਨਲ ਵਿੱਚ ਸਵਾਗਤ ਹੈ। ਆਓ ਅੱਜ ਆਪਾਂ ਸਿੱਖਦੇ ਹਾਂ MS Excel ਵਿੱਚ ਵਰਤੇ ਜਾਣ ਵਾਲੇ ਕੁਝ ਫੰਕਸ਼ਨਸ ਅਤੇ ਫੀਚਰਸ, ਜਿਨ੍ਹਾਂ ਵਿੱਚ ਨੇ ਮੈਕਸਿਮਮ, ਮਿਨੀਮਮ, ਐਵਰੇਜ, ਕਾਊਂਟਿਵ ਫੰਕਸ਼ਨ ਅਤੇ ਡਾਟਾ ਸੌਰਟ, ਫਿਲਟਰ, ਡਾਟਾ ਵੈਲੀਡੇਸ਼ਨ ਵਰਗੇ ਮਹੱਤਵਪੂਰਨ ਫੀਚਰਸ। ਅਤੇ ਨਾਲ ਹੀ ਸਿੱਖਾਂਗੇ ਕਿ ਕਿਸ ਤਰ੍ਹਾਂ ਅਸੀਂ MS Excel ਦੀ ਪਹਿਲੀ ਸ਼ੀਟ ਨੂੰ ਜਾਂ ਕਿਸੇ ਵੀ ਇੱਕ ਸ਼ੀਟ ਨੂੰ ਬਾਕੀ ਸਾਰੀ ਸ਼ੀਟਸ ਦਾ ਕਿਸ ਤਰ੍ਹਾਂ ਹੋਮ ਪੇਜ ਜਾਂ ਹੋਮ ਸ਼ੀਟ ਬਣਾ ਸਕਦੇ ਹਾਂ, ਜਿਹਦੇ ਨਾਲ ਕਿ ਸਾਨੂੰ ਜ਼ਿਆਦਾ ਅਗਰ ਸ਼ੀਟਸ ਹੋ ਜਾਣ ਸਾਡੇ ਪੇਜ ਦੇ ਵਰਕਬੁੱਕ ਦੇ ਵਿੱਚ ਤਾਂ ਉਹਨੂੰ ਲੱਭਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਅਸੀਂ ਐਕਸਲ ਨੂੰ ਓਪਨ ਕਰਦੇ ਹਾਂ। ਸਰਚ ਬਾਰ ਦੇ ਵਿੱਚ ਐਕਸਲ ਟਾਈਪ ਕਰੋ। ਉੱਪਰ ਸਾਡੇ ਕੋਲ ਐਕਸਲ ਆਈਕਨ ਆ ਜਾਏਗਾ, ਇਸ ਤੇ ਕਲਿੱਕ ਕਰੋ। ਇਸ ਢੰਗ ਦੇ ਨਾਲ ਅਸੀਂ ਮਾਈਕਰੋਸਾਫਟ ਐਕਸਲ ਓਪਨ ਕਰ ਸਕਦੇ ਹਾਂ। ਇਹਦੇ ਵਿੱਚ ਤੁਹਾਨੂੰ ਇੱਕ ਸ਼ੀਟ ਦਿਖਾਈ ਦੇਵੇਗੀ, ਇਸ ਨੂੰ ਅਸੀਂ ਵਰਕਸ਼ੀਟ ਕਹਿੰਦੇ ਹਾਂ। ਇਹ ਜਿਹੜੀ ਕਿ ਕਾਲਮਸ, ਜਿਹੜੇ ਇਹ ਖੜਵੇਂ ਲੋਟ ਲਾਈਨਾਂ ਹੈਗੀਆਂ, ਇਹਨੂੰ ਅਸੀਂ ਕਾਲਮਸ ਕਹਿੰਦੇ ਹਾਂ, ਜਿਹੜੇ A ਤੋਂ ਸਟਾਰਟ ਹੁੰਦੇ ਨੇ, ਔਰ ABCD ਇਹ ਲਾਈਨਾਂ ਜਿਹੜੀਆਂ ਹੈਗੀਆਂ ਲੇਟਵੀਂ ਦਿਸ਼ਾ ਦੇ ਵਿੱਚ, ਇਸ ਨੂੰ ਅਸੀਂ ਰੋਜ਼ ਕਹਿੰਦੇ ਹਾਂ। ਜਦੋਂ ਅਸੀਂ ਆਪਣਾ ਕਰਸਰ ਕਿਸੇ ਵੀ ਸੈੱਲ ਤੇ ਕਲਿੱਕ ਕਰਦੇ ਹਾਂ ਤਾਂ ਉਹ ਐਕਟਿਵ ਸੈੱਲ ਬਣ ਜਾਂਦਾ। ਉਸ ਦਾ ਜਿਹੜਾ ਸੈੱਲ ਐਡਰੈਸ ਇਸ ਤਰ੍ਹਾਂ ਬਣਦਾ ਕਿ ਜਿਸ ਕਾਲਮ ਦੇ ਵਿੱਚ ਹੁੰਦੀ ਹੈ, ਜਿਸ ਤਰ੍ਹਾਂ E ਕਾਲਮ ਹੈ, E ਕਾਲਮ ਦੇ ਵਿੱਚ, ਔਰ ਜਿਸ ਰੋ ਦੇ ਵਿੱਚ ਹੁੰਦੀ ਹੈ 6ਵੇਂ ਨੰਬਰ ਦੀ ਰੋ ਹੈ, ਇਹਦਾ ਐਡਰੈਸ ਬਣ ਜਾਂਦਾ E6, ਜਿਹੜਾ ਕਿ ਇੱਧਰ ਐਡਰੈਸ ਬਾਰ ਦੇ ਵਿੱਚ ਇੱਥੇ ਆ ਜਾਂਦਾ E6। ਤੇ ਹੋਰ ਚੇਂਜ ਕਰਾਂਗੇ ਤਾਂ ਇੱਥੇ ਬਣ ਜਾਂਦਾ E7। ਇੱਥੇ ਦੇਖੋ ਧਿਆਨ ਨਾਲ, ਇਸ ਜਗ੍ਹਾ ਦੇ ਉੱਪਰ ਇੱਥੇ ਕਰਾਂਗੇ D2। ਤੇ ਜਦੋਂ ਇਹ ਸਟਾਰਟ ਹੁੰਦੇ ਆ, ਸਾਡੇ ਕੋਲ ਸਟਾਰਟਿੰਗ ਦੇ ਵਿੱਚ 3 ਸ਼ੀਟਸ ਹੁੰਦੀਆਂ ਇਹਦੇ ਵਿੱਚ, ਐਕਸਲ ਵਰਕ ਦੇ ਵਿੱਚ, ਸ਼ੀਟ 1, ਸ਼ੀਟ 2, ਸ਼ੀਟ 3। ਅਸੀਂ ਇਸ ਜਗ੍ਹਾ ਤੇ ਕਲਿੱਕ ਕਰਕੇ ਹੋਰ ਜਿੰਨੀਆਂ ਮਰਜ਼ੀ ਸ਼ੀਟਸ ਅਸੀਂ ਲੈ ਸਕਦੇ ਹਾਂ, ਜਿੰਨਾ ਅਸੀਂ ਕੰਮ ਕਰਨਾ ਉਸ ਦੇ ਅਨੁਸਾਰ। ਤੇ ਅੱਜ ਆਪਾਂ ਜੋ ਲੈਸਨ ਕਰਨਾ ਫੰਕਸ਼ਨਸ ਦੇ ਬਾਰੇ, ਔਰ ਸੌਰਟਿੰਗ ਦੇ ਬਾਰੇ, ਔਰ ਡਾਟਾ ਫਿਲਟਰਿੰਗ ਦੇ ਬਾਰੇ। ਆਓ ਆਪਾਂ ਇੱਕ ਸ਼ੀਟ ਦੇ ਵਿੱਚ ਮੈਂ ਥੋੜ੍ਹੀਆਂ ਫਾਈਲਾਂ ਬਣਾਈਆਂ ਹੋਈਆਂ, ਇੱਕ ਇਹ ਸਾਰਾ ਡਾਟਾ ਟਾਈਪ ਕੀਤਾ ਹੋਇਆ। ਡਾਟਾ ਜਦੋਂ ਐਕਸਲ ਦੇ ਵਿੱਚ ਡਾਟਾ ਜਦੋਂ ਟਾਈਪ ਕਰਨਾ, ਅਸੀਂ ਸੈੱਲ ਦੇ ਉੱਪਰ ਕਲਿੱਕ ਕਰਕੇ ਇੱਥੇ ਅਸੀਂ ਕੁਛ ਵੀ ਟਾਈਪ ਕਰ ਸਕਦੇ ਹਾਂ ਇਸ ਤਰ੍ਹਾਂ ਨਾਲ, ਔਰ ਐਰੋ ਕੀਜ਼ ਦੇ ਨਾਲ ਜਾਂ ਐਂਟਰ ਕੀਜ਼ ਦੇ ਨਾਲ, ਟੈਬ ਕੀ ਦੇ ਨਾਲ ਅਸੀਂ ਅੱਗੇ ਪਿੱਛੇ ਜਾ ਸਕਦੇ ਹਾਂ। ਐਰੋ ਕੀਜ਼ ਦੇ ਨਾਲ ਜਾ ਸਕਦੇ ਹਾਂ, ਮਾਊਸ ਦੇ ਨਾਲ ਕਲਿੱਕ ਕਰ ਸਕਦੇ ਹਾਂ ਕਿਤੇ ਵੀ। ਉਹ ਅਸੀਂ ਇਹ ਡਾਟਾ ਟਾਈਪ ਕੀਤਾ ਹੋਇਆ ਮੈਂ। ਨਾਲ ਤੁਹਾਨੂੰ ਮੈਂ ਅੱਜ ਇਹ ਵੀ ਦੱਸਾਂਗਾ ਕਿ ਇਹ ਸਾਰੀਆਂ ਹੀ ਜੋ ਟੈਗਸ ਹੈਗੇ, ਅਲੱਗ-ਅਲੱਗ ਸ਼ੀਟਸ ਹੈਗੀਆਂ ਸਾਡੇ ਕੋਲ, ਇਹਨਾਂ ਦਾ ਇੱਕ ਹੋਮ ਪੇਜ ਕਿਸ ਤਰ੍ਹਾਂ ਬਣਾਉਣਾ। ਸੋ ਪਹਿਲਾਂ ਅਸੀਂ ਗੱਲ ਕਰਦੇ ਹਾਂ ਫੰਕਸ਼ਨਸ ਦੀ। ਇਹਦੇ ਵਿੱਚ ਮੈਂ ਇੱਥੇ ਇੱਕ ਲਿਸਟ ਤਿਆਰ ਕੀਤੀ ਹੈ ਸਟੂਡੈਂਟਸ ਦੀ, ਜਿਹਦੇ ਵਿੱਚ ਮੈਂ 10 ਸਟੂਡੈਂਟ ਲਏ ਆ। ਉਹਨਾਂ ਦੀ ਨੇਮ, ਫਾਦਰਸ ਨੇਮ, ਕਲਾਸ 9th ਲਈ ਹੈ, ਕੈਟੇਗਰੀ SC BC ਜਨਰਲ, ਔਰ ਉਹਨਾਂ ਨੇ ਕਿੰਨੇ ਮਾਰਕਸ ਓਬਟੇਨ ਕੀਤੇ। ਔਰ ਹੁਣ ਇਹ ਜਿਹੜੇ ਮਾਰਕਸ ਓਬਟੇਨ ਕੀਤੇ ਆ, ਫੰਕਸ਼ਨ ਅਸੀਂ ਦੇਖਣਾ ਹੈਗਾ ਇਹਨਾਂ ਸਾਰੇ ਹੀ। ਕਈ ਵਾਰੀ ਆਪਾਂ ਨੂੰ ਕਲਾਸ ਦੇ ਵਿੱਚ ਸਭ ਤੋਂ ਜ਼ਿਆਦਾ ਮਾਰਕਸ ਕਲਾਸ ਦੇ ਵਿੱਚ ਕਿਹਨੇ ਲਏ ਆ, ਤਾਂ ਅਸੀਂ ਫੰਕਸ਼ਨ ਕਿਹੜਾ ਲਗਾਉਣਾ। ਇੱਥੇ ਸਾਡਾ ਮੈਕਸੀਮਮ ਮਾਰਕਸ ਕਿਸ ਦੇ ਆ, ਅਸੀਂ ਇਹਦੇ ਵਿੱਚ ਇੱਥੇ ਪਹਿਲਾ ਫਾਰਮੂਲਾ ਲਗਾਇਆ, ਫੰਕਸ਼ਨ ਲਗਾਇਆ 96 ਆ। ਇਹ ਕਿਵੇਂ ਲਗਾਉਣਾ ਮੈਂ ਤੁਹਾਨੂੰ ਇੱਥੇ ਨਾਲ ਦੀ ਇੱਥੇ ਸੈੱਲ ਦੇ ਵਿੱਚ ਲਗਾ ਕੇ ਦੱਸਦਾ। ਅਸੀਂ ਇਕੁਅਲ ਟੂ, ਸਭ ਤੋਂ ਪਹਿਲਾਂ ਫੰਕਸ਼ਨ ਜਿਹੜਾ ਜਾਂ ਫਾਰਮੂਲਾ ਸਟਾਰਟ ਕਰਨਾ ਇਕੁਅਲ ਟੂ ਤੋਂ ਸਟਾਰਟ ਕਰਨਾ। ਫਿਰ ਅਸੀਂ ਇੱਥੇ ਲਿਖਣਾ ਮੈਕਸ, MAX, ਮੈਕਸ ਫੰਕਸ਼ਨ, ਮੈਕਸੀਮਮ ਵੈਲਿਊ, ਬ੍ਰੈਕਟ ਸਟਾਰਟ ਕਰ ਦੇਣੀ ਆ। ਫਿਰ ਅਸੀਂ ਰੇਂਜ ਇਸ ਤਰ੍ਹਾਂ ਸਿਲੈਕਟ ਕਰ ਲੈਣੀ ਮਾਊਸ ਦਾ ਖੱਬਾ ਬਟਨ ਪ੍ਰੈਸ ਕਰਕੇ, ਫਿਰ ਬ੍ਰੈਕਟ ਕਲੋਜ਼ ਕਰ ਦੇਣੀ ਆ ਤੇ ਐਂਟਰ ਬਟਨ ਪ੍ਰੈਸ ਕਰ ਦਿਓ।
96 ਆ ਗਿਆ। ਇਹ ਦੇਖੋ ਇਹਦੇ ਲਿਸਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੰਬਰ ਹੈਗੇ ਆ 96 ਆ। ਦੂਸਰਾ ਮਿਨੀਮਮ ਮਾਰਕਸ ਪਤਾ ਕਰਨੇ ਆ। ਇੱਥੇ ਸਾਈਨ ਸੈੱਲ ਤੇ ਕਰ ਲੈਂਦੇ ਆ ਇਕੁਅਲ ਟੂ MIN ਮਿਨੀਮਮ ਫੰਕਸ਼ਨ ਹੈ MIN ਬ੍ਰੈਕਟ ਸਟਾਰਟ। ਨਾਓ ਰੇਂਜ ਸਿਲੈਕਟ ਕਰ ਲਓ ਨੰਬਰ ਜਿੰਨੇ ਹੈਗੇ ਆ ਔਰ ਬ੍ਰੈਕਟ ਕਲੋਜ਼ ਕਰ ਦੇਣੀ ਹੈ। ਐਂਟਰ ਪ੍ਰੈਸ ਕੀਤਾ 56 ਆ ਗਿਆ। ਤੁਸੀਂ ਇੱਥੇ ਚੇਂਜ ਕਰਕੇ ਦੇਖੋਗੇ ਤੇ ਉਹ ਵੀ ਆ ਜਾਏਗਾ। ਇੱਥੇ ਅਗਰ ਤੁਸੀਂ ਸਪੋਜ਼ ਕਰ ਲਓ 57 ਤੇ 35 ਲਗਾ ਦਿਓ, ਹੁਣ ਆਪਣੇ ਆਪ ਹੀ ਇੱਥੇ 35 ਬਣ ਗਿਆ। ਨਾਓ ਐਵਰੇਜ ਮਾਰਕਸ ਵੀ ਸਾਰੀ ਕਲਾਸ ਦੇ ਐਵਰੇਜ ਮਾਰਕਸ ਕੱਢਣੇ ਆ ਤਾਂ ਕੀ ਕਰਾਂਗੇ ਅਸੀਂ ਇਕੁਅਲ ਟੂ ਐਵਰੇਜ ਇਹ ਵੀ ਨਾਲ ਐਵਰੇਜ ਲਿਖਾਂਗੇ ਤੁਸੀਂ। ਇਹ ਫੰਕਸ਼ਨ ਆ ਗਿਆ ਸਾਡੇ ਕੋਲ, ਠੀਕ ਹੈ। ਬ੍ਰੈਕਟ ਸਟਾਰਟ ਔਰ ਫਿਰ ਸਿਲੈਕਟ ਕਰਨੀ ਅਸੀਂ ਪੂਰੀ ਰੇਂਜ ਸਿਲੈਕਟ ਕਰ ਲੈਣੀ ਹੈ ਔਰ ਫਿਰ ਬ੍ਰੈਕਟ ਕਲੋਜ਼ ਕਰ ਦੇਣੀ ਹੈ। ਐਂਟਰ ਪ੍ਰੈਸ ਕੀਤਾ, ਇਹ ਸਾਡੇ ਕੋਲ ਐਵਰੇਜ ਆ ਗਈ। ਸਾਰਿਆਂ ਦਾ ਜੋੜ ਡਿਵਾਈਡਡ ਬਾਏ ਕਿੰਨੀ ਗਿਣਤੀ ਹੈ 10, ਉਹ ਸਾਡੇ ਕੋਲ ਇੱਥੇ ਐਵਰੇਜ ਆ ਜਾਂਦੀ ਹੈ। ਹੁਣ ਇੱਥੇ ਅਸੀਂ ਇਹ ਪਤਾ ਕਰਨਾ ਹੈ ਤੇ ਫੰਕਸ਼ਨ ਇੱਕ ਅਸੀਂ ਹੋਰ ਯੂਜ਼ ਕਰਨਾ ਕਿ ਕਈ ਵਾਰੀ ਅਸੀਂ ਦੇਖਣਾ ਹੁੰਦਾ ਕਿ ਮੈਰਿਟ ਵਿੱਚ ਕਿੰਨੇ ਬੱਚੇ ਆਏ ਆ ਜਾਂ ਅਬਵ 60% ਕਿੰਨੇ ਬੱਚੇ ਆਏ ਆ, ਤਾਂ ਅਸੀਂ ਮੋਰ ਦੈਨ 60% ਵਾਲੇ ਬੱਚੇ ਚੈੱਕ ਕਰਨੇ ਆ ਕਿ ਕਿੰਨੇ ਆਏ ਆ। ਹੁਣ ਜਿਵੇਂ ਇੱਥੇ 8 ਸ਼ੋ ਕਰਦਾ ਪਿਆ, ਇਹਦੇ ਲਈ ਅਸੀਂ ਇੱਥੇ ਇੱਕ ਕਾਊਂਟ ਫੰਕਸ਼ਨ ਲਗਾਉਣਾ ਵਾ ਇਕੁਅਲ ਟੂ COUNT ਕਾਊਂਟ ਇਫ ਬ੍ਰੈਕਟ। ਉਸ ਤੋਂ ਬਾਅਦ ਕਿਹਦੇ ਵਿੱਚੋਂ ਕਾਊਂਟ ਕਰਨੇ ਆ, ਸਾਰੀ ਰੇਂਜ ਸਿਲੈਕਟ ਕਰ ਲਈ ਅਸੀਂ, ਕੌਮਾ ਬ੍ਰੈਕਟਸ ਇਨਵਰਟਡ ਕੌਮਾ ਸਟਾਰਟ ਕੀਤਾ। ਉਸ ਤੋਂ ਬਾਅਦ ਮੋਰ ਦੈਨ 60 ਲਿਖਤਾ ਇੱਥੇ ਅਸੀਂ, ਫਿਰ ਇਨਵਰਟਡ ਕੌਮਾ ਕਲੋਜ਼ ਕੀਤਾ, ਪੈਰੇਂਥੀਸਿਸ ਕਲੋਜ਼ ਕਰਦੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬ੍ਰੈਕਟ ਲਗਾ ਦਿੱਤੀ। ਨਾਓ ਐਂਟਰ ਪ੍ਰੈਸ ਕਰੋ, ਇਹਦੇ ਵਿੱਚ ਉਹ ਦੱਸ ਦੇਗਾ ਕਿ ਇਹ ਜਿਹੜੇ ਮਾਰਕਸ ਹੈਗੇ ਇਹਨਾਂ ਦੇ ਕਿੰਨੇ ਬੱਚਿਆਂ ਨੇ ਮੋਰ ਦੈਨ 60% ਲਏ ਆ। 8 ਬੱਚਿਆਂ ਨੇ ਮੋਰ ਦੈਨ 60% ਲਏ ਹੈਗੇ ਆ, ਠੀਕ ਹੈ। ਜੋ ਵੀ ਸੈੱਲ ਹੈਗੇ ਇਹਨਾਂ ਨੂੰ ਅਗਰ ਇਸ ਤਰ੍ਹਾਂ ਜਿਸ ਤਰ੍ਹਾਂ ਬਾਰਡਰ ਦੇਖ ਰਹੇ ਆ ਲਗਾਉਣਾ, ਤੇ ਇੱਥੇ ਹੋਮ ਟੈਗ ਦੇ ਵਿੱਚ ਹੋਮ ਰਿਬਨ ਦੇ ਵਿੱਚ ਜਾ ਕੇ ਇੱਥੇ ਤੁਸੀਂ ਆਲ ਬਾਰਡਰਸ ਕਰ ਦਿਓ ਤੇ ਬਾਰਡਰ ਲੱਗ ਜਾਂਦੇ ਆ। ਹੁਣ ਇਸ ਨੂੰ ਲਿਸਟ ਨੂੰ ਸਾਰੀ ਨੂੰ ਜਿਹੜੀ ਹੈਗੀ ਹੈ ਤੁਸੀਂ ਕਾਪੀ ਕਰ ਸਕਦੇ ਆ, ਇੱਥੇ ਇੱਥੋਂ ਕਾਪੀ ਕਰ ਸਕਦੇ ਹੋ ਜਾਂ ਰਾਈਟ ਕਲਿੱਕ ਕਰਕੇ ਕਾਪੀ ਕਰ ਸਕਦੇ ਹੋ ਜਾਂ ਕੀਬੋਰਡ ਤੋਂ Ctrl+C ਕਰਕੇ ਕਾਪੀ ਕਰ ਸਕਦੇ ਹੋ। ਨੈਕਸਟ ਤੁਸੀਂ ਇਹਦੇ 'ਚ ਲੈ ਕੇ ਅਗਲੇ ਟੈਗ ਦੇ ਵਿੱਚ ਲੈ ਕੇ ਸ਼ੀਟ ਦੇ ਵਿੱਚ ਜਾ ਕੇ ਉੱਥੇ ਪੇਸਟ ਕਰ ਦੇਣਾ ਇਸ ਨੂੰ। ਇੱਥੇ ਕਿਤੇ ਵੀ ਤੁਸੀਂ ਜਿੱਥੇ ਵੀ ਰੱਖਣੀ ਆ ਉੱਥੇ ਸੈੱਲ 'ਤੇ ਕਲਿੱਕ ਕਰਕੇ ਤੁਸੀਂ ਇੱਥੇ ਪੇਸਟ ਦੀ ਕਮਾਂਡ ਦਓਗੇ ਤਾਂ ਪੇਸਟ ਹੋ ਜਾਊਗੀ Ctrl+V ਕਰਕੇ ਜਾਂ ਪੇਸਟ ਕਰਕੇ। ਅਗਰ ਅਸੀਂ ਇੱਥੋਂ ਸਿਲੈਕਟ ਕਰਨ ਤੋਂ ਬਾਅਦ ਇੱਥੇ ਕਾਪੀ ਕਰਾਂਗੇ ਤੇ ਨੈਕਸਟ ਜਦੋਂ ਸ਼ੀਟ 'ਤੇ ਜਾਵਾਂਗੇ ਤਾਂ ਇੱਥੇ ਪੇਸਟ ਦੀ ਕਮਾਂਡ ਆ ਜਾਂਦੀ ਹੈ। ਇੱਥੇ ਕਿਤੇ ਵੀ ਤੁਸੀਂ ਰੱਖ ਕੇ ਕਰਸਰ ਉੱਤੇ ਤੁਸੀਂ ਪੇਸਟ ਕਰ ਸਕਦੇ ਹੋ ਤੇ ਉਹ ਸਾਰੀ ਜਿਹੜੀ ਇੱਥੇ ਪੇਸਟ ਹੋ ਜਾਏਗੀ। ਇਹ ਮੈਂ ਪਹਿਲਾਂ ਪੇਸਟ ਕੀਤੀ ਹੋਈ ਹੈ। ਔਰ ਇਹ ਜਿਹੜੀ ਹੈਗੀ ਆ ਤੁਸੀਂ ਦੇਖਿਆ ਤੇ ਨੀਚੇ ਫੰਕਸ਼ਨਸ ਲਿਖਿਆ, ਸੌਰਟਿੰਗ ਲਿਖਿਆ ਜਾਂ ਫਿਲਟਰਿੰਗ ਲਿਖਿਆ। ਇਹ ਕੀ ਆ, ਪਹਿਲਾਂ ਤਾਂ ਸ਼ੀਟ ਹੀ ਹੁੰਦੀ ਆ, ਜਿਸ ਤਰ੍ਹਾਂ ਅਸੀਂ ਆਹ ਕੀਤਾ ਸੀ ਤੇ ਸ਼ੀਟ 1 2 ਲਿਖਿਆ ਹੁੰਦਾ। ਇਸ ਨੂੰ ਤੁਸੀਂ ਰਾਈਟ ਕਲਿੱਕ ਕਰਕੇ ਸ਼ੀਟ ਦੇ ਉੱਪਰ ਰਾਈਟ ਕਲਿੱਕ ਕਰਕੇ ਰੀਨੇਮ ਕਰ ਸਕਦੇ ਹੋ, ਰੀਨੇਮ। ਉਸ ਦੇ ਉੱਪਰ ਤੁਸੀਂ ਕੁਝ ਵੀ ਇੱਥੇ ਫੰਕਸ਼ਨ ਲਿਖ ਸਕਦੇ ਹੋ, ਕੁਝ ਵੀ ਨਾਮ ਇਸ ਨੂੰ ਦੇ ਸਕਦੇ ਆ ਇਸ ਢੰਗ ਦੇ ਨਾਲ। ਹੁਣ ਇੱਥੇ ਅਸੀਂ ਸੌਰਟਿੰਗ ਦੇ ਵਿੱਚ ਆ ਗਏ। ਸੌਰਟਿੰਗ ਦੇ ਵਿੱਚ ਕੀ ਆ ਕਿ ਅਸੀਂ ਆਪਣੇ ਡਾਟੇ ਨੂੰ ਤਰਤੀਬ ਵਿੱਚ ਲਗਾਉਣਾ ਵਾ, ਕਿਸੇ ਵੀ ਤਰਤੀਬ ਵਿੱਚ ਲਗਾ ਸਕਦੇ ਹਾਂ। ਜਿਸ ਤਰ੍ਹਾਂ ਸਕੂਲ ਦਾ ਜਿਹੜਾ ਕਲਾਸ ਦਾ ਡਾਟਾ ਹੁੰਦਾ, ਅਸੀਂ ਬੱਚਿਆਂ ਦੀ ਲਿਸਟ ਬਣਾਉਣੀ ਤੇ ਬੱਚਿਆਂ ਨੂੰ ਐਲਫਾਬੈਟੀਕਲ ਆਰਡਰ ਦੇ ਵਿੱਚ ਲਗਾਉਣੇ ਆ। ਬੱਚਿਆਂ ਦੇ ਨੇਮ ਆ, ਇਹਨੂੰ ਅਸੀਂ ਐਲਫਾਬੈਟੀਕਲੀ ਆਰਡਰ ਦੇ ਵਿੱਚ ਲਗਾਉਣਾ। ਅਸੀਂ ਉਹਦੇ ਵਿੱਚ ਸੌਰਟਿੰਗ ਦੀ ਯੂਜ਼ ਕਰਾਂਗੇ। ਅਸੀਂ ਪਹਿਲਾਂ ਇਹਨੂੰ ਸਿਲੈਕਟ ਕਰਾਂਗੇ, ਪੂਰੀ ਲਿਸਟ ਸਿਲੈਕਟ ਕਰ ਲਈ। ਇਹਦੇ ਵਿੱਚ ਹੋਮ ਟੈਬ ਦੇ ਵਿੱਚ ਹੀ ਆ, ਹੋਮ ਰਿਬਨ ਦੇ ਵਿੱਚ ਸੌਰਟ ਐਂਡ ਫਿਲਟਰ, ਇਸ ਜਗ੍ਹਾ ਦੇ ਉੱਪਰ ਇਸ ਨੂੰ ਕਲਿੱਕ ਕੀਤਾ। ਇਹਦੇ ਵਿੱਚ ਅਸੀਂ ਕਸਟਮ ਸੌਰਟ ਲੈ ਲੈਂਦੇ ਹਾਂ, ਕਸਟਮ ਸੌਰਟ। ਇੱਥੇ ਸੌਰਟ ਬਾਏ ਅਸੀਂ ਲਵਾਂਗੇ ਨੇਮ ਦੇ ਹਿਸਾਬ, ਸਟੂਡੈਂਟ ਦੇ ਨੇਮ ਦੇ ਹਿਸਾਬ ਦੇ ਨਾਲ ਅਸੀਂ ਸੌਰਟ ਕਰਨਾ। ਸੌਰਟ ਔਨ ਵੈਲਿਊਜ਼, ਜੋ ਵੈਲਿਊ ਇਹਦੇ ਵਿੱਚ ਭਰੀਆਂ ਹੋਈਆਂ ਉਹਨਾਂ ਦੇ ਉੱਪਰ ਸੌਰਟ ਕਰਨਾ।
ਆਰਡਰ ਕਿਹੜਾ ਲੈਣਾ, A to Z। ਜੇ Z to A ਲੈਣਾ ਤਾਂ ਸਭ ਤੋਂ ਪਹਿਲਾਂ ਉਹ Z ਵਾਲੇ ਉੱਪਰੋਂ ਨੀਚੇ ਜਾਣਗੇ ਡਿਸੈਂਡਿੰਗ ਆਰਡਰ 'ਚ, ਜੇ A to Z ਤਾਂ ਅਸੈਂਡਿੰਗ ਆਰਡਰ 'ਚ ਜਾਣਗੇ। ਇਸ ਤਰ੍ਹਾਂ ਨਾਲ ਹੁਣ ਦੇਖੋ ਤੁਸੀਂ ਓਕੇ ਕਰੋਗੇ ਤੇ ਸਾਰੇ ਬੱਚੇ ਦੇਖੋ A ਵਾਲਾ ਪਹਿਲਾਂ ਆ ਗਿਆ, ਫਿਰ B ਵਾਲਾ, ਫਿਰ C D, ਇਸ ਤਰ੍ਹਾਂ ਨਾਲ ਐਲਫਾਬੈਟੀਕਲ ਆਰਡਰ ਦੇ ਵਿੱਚ ਸਾਰੇ ਅਰੇਂਜ ਹੋ ਗਏ। ਇਸ ਨੂੰ ਅਸੀਂ ਕਹਿੰਦੇ ਹੈਗੇ ਆ ਸੌਰਟਿੰਗ। ਸੌਰਟਿੰਗ ਦੈਨ ਅਸੀਂ ਇਸ ਨੂੰ ਫਿਰ ਡਾਟਾ ਜਿਹੜਾ ਹੈਗਾ ਇਸ ਨੂੰ ਸਿਲੈਕਟ ਕਰਕੇ ਇਸ ਦੀ ਕਾਪੀ ਕਰਕੇ ਨੈਕਸਟ ਇੱਕ ਸ਼ੀਟ ਦੇ ਵਿੱਚ ਲੈ ਜਾਂਦੇ ਹਾਂ। ਉਹਦੇ ਵਿੱਚ ਅਸੀਂ ਰੱਖ ਕੇ ਕਾਪੀ ਕਰ ਦਿੰਦੇ ਹਾਂ। ਇੱਥੋਂ ਸੈੱਲ ਸਿਲੈਕਟ ਕੀਤਾ, ਇੱਥੇ ਪੇਸਟ ਦੀ ਕਮਾਂਡ 'ਤੇ ਪੇਸਟ ਕਰ ਦਿਓ ਸਿੱਧਾ, ਜਾਂ ਰਾਈਟ ਕਲਿੱਕ ਕਰਕੇ ਪੇਸਟ ਕਰ ਸਕਦੇ ਹਾਂ ਇਸ ਜਗ੍ਹਾ ਤੋਂ, ਔਰ ਇਸ ਤਰ੍ਹਾਂ ਨਾਲ ਪੇਸਟ ਹੋ ਜਾਏਗੀ ਉਹ ਆਪਣੇ ਕੋਲ। ਇਸ ਦੇ ਵਿੱਚ ਕੀ ਆ, ਹੁਣ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਪਤਾ ਕਰਨਾ ਹੁੰਦਾ ਕਿ ਸਾਡੀ ਕਲਾਸ ਦੇ ਵਿੱਚ SC ਬੱਚੇ ਕਿੰਨੇ ਆ, BC ਕਿੰਨੇ ਆ, ਜਨਰਲ ਕਿੰਨੇ ਆ, ਜਾਂ ਹੋਰ ਕੋਈ ਕੰਡੀਸ਼ਨ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਅਲੱਗ-ਅਲੱਗ ਬੱਚਿਆਂ ਨੂੰ ਫਿਲਟਰ ਕਰਨਾ, ਉਹਨਾਂ ਨੂੰ ਆਪਦੇ ਹਿਸਾਬ ਦੇ ਨਾਲ ਚੁਣਨਾ ਵਾ ਬੱਚਿਆਂ ਨੂੰ। ਉਹਦੇ ਲਈ ਕੀ ਕਰਾਂਗੇ, ਜਿਹੜੇ ਹੈਡਿੰਗ ਸਾਡੇ ਬਣਾਏ ਹੋਏ ਅਸੀਂ ਫੀਲਡਸ ਉੱਪਰ ਬਣਾਏ ਹੋਏ ਆ, ਇਹਨਾਂ ਨੂੰ ਸਿਲੈਕਟ ਕਰ ਲਾਂਗੇ ਇਸ ਤਰ੍ਹਾਂ। ਫਿਰ ਸੌਰਟ ਐਂਡ ਫਿਲਟਰ 'ਤੇ ਕਲਿੱਕ ਕਰਾਂਗੇ ਤੇ ਇੱਥੇ ਫਿਲਟਰ ਬਣਿਆ ਹੋਇਆ, ਇਹ ਕੀਪ ਵਰਗਾ ਬਣਿਆ ਹੋਇਆ, ਇੱਥੇ ਕਲਿੱਕ ਕਰ ਦਾਂਗੇ। ਇਹ ਦੇਖੋ ਇੱਥੇ ਡਰੋਪ ਡਾਊਨ ਮੀਨੂਜ਼ ਬਣ ਗਏ ਸਾਰਿਆਂ ਦੇ ਉੱਪਰ ਹੀ। ਅਸੀਂ ਕੈਟੇਗਰੀ ਸਿਲੈਕਟ ਕਰਨੀ ਆ, ਇੱਥੇ ਕਲਿੱਕ ਕਰੋ। ਇੱਥੇ ਜਿੰਨੀਆਂ ਵੀ ਕੈਟੇਗਰੀਜ਼ ਅਸੀਂ ਮੈਂਸ਼ਨ ਕੀਤੀਆਂ ਹੋਈਆਂ ਆਪਣੀ ਲਿਸਟ ਵਿੱਚ ਸਾਰੀਆਂ ਆ ਜਾਂਦੀਆਂ। ਜਿਹਦੇ ਸਿਲੈਕਟ ਵਾਲਾ ਉਹਨੂੰ ਅਨਚੈੱਕ ਕਰ ਦਿਓ। ਅਰ SC ਬੱਚੇ ਦੇਖਣੇ ਆ ਤਾਂ SC 'ਤੇ ਕਲਿੱਕ ਕਰੋ, ਓਕੇ ਕਰੋ। ਇਹ ਹੁਣ ਸਾਡੇ ਕੋਲ ਸਾਰੇ SC ਬੱਚਿਆਂ ਦੀ ਲਿਸਟ ਸਾਹਮਣੇ ਆ ਗਈ। ਹੁਣ ਇਹਦਾ ਤੁਸੀਂ ਪ੍ਰਿੰਟ ਲੈ ਸਕਦੇ ਹੋ। ਅਗਰ ਤੁਸੀਂ BC ਦੇਖਣੇ ਆ, SC ਅਨਚੈੱਕ ਕਰੋ, BC ਦੇਖੋ। ਅਗਰ ਤੁਸੀਂ ਜਨਰਲ ਦੇਖਣੇ ਆ, ਜਨਰਲ 'ਤੇ ਕਲਿੱਕ ਕਰੋ। ਸੋ ਇਸ ਤਰ੍ਹਾਂ ਨਾਲ ਅਸੀਂ ਪੂਰੀ ਦੀ ਪੂਰੀ ਲਿਸਟ ਜਿਹੜੀ ਆ ਉਹ ਸੌਰਟ ਕਰ ਸਕਦੇ ਹਾਂ। ਅਗਰ ਸਾਰੇ ਸਕੂਲ ਦੀਆਂ ਕਲਾਸਾਂ ਦੀ ਇਕੱਠੀ ਲਿਸਟ ਬਣਾਈ ਆ ਔਰ ਅਲੱਗ-ਅਲੱਗ ਕਲਾਸਾਂ ਨੂੰ ਤੁਸੀਂ ਦੇਖਣਾ, ਤੇ ਉਹਦੇ ਵਿੱਚ ਤੁਸੀਂ ਕਲਾਸ ਵਾਈਜ਼ ਵੀ ਫਿਲਟਰਿੰਗ ਕਰ ਸਕਦੇ ਹੋ। ਅਗਰ 9th ਕਲਾਸ ਤਾਂ ਹੁਣ 9th ਹੀ ਹੈ ਇਕੱਲੀ। ਅਗਰ ਇਸ ਨੂੰ ਅਸੀਂ ਕਰ ਦਈਏ 8th ਕਲਾਸ, ਸਪੋਜ਼ ਕਿ 8th ਆ, ਅਸੀਂ ਅਲੱਗ-ਅਲੱਗ ਕਲਾਸਾਂ ਜਿਹੜੀਆਂ ਹੈਗੀਆਂ ਸੌਰਟ ਕਰਨੀਆਂ, ਤੇ ਇਹਦੇ ਵਿੱਚ ਸਪੋਜ਼ ਕਰ ਲਓ ਇਕੱਲੀ 8ਵੀਂ ਕਲਾਸ ਕਰਨੀ ਆ, 8ਵੀਂ ਕਰ ਲਈ ਅਸੀਂ, ਇਕੱਲੀ 9th ਕਰਨੀ ਸੀ, 9th ਕਰ ਲਈ। ਔਰ ਅਗਰ ਸਾਰੀਆਂ ਕਲਾਸਾਂ ਕਰਨੀਆਂ ਤਾਂ ਸਿਲੈਕਟ ਆਲ ਕਰ ਲਓ, ਸਾਰੀਆਂ ਕਲਾਸਾਂ ਆ ਗਈਆਂ। ਸੋ ਇਟਸ ਕਾਲਡ ਫਿਲਟਰਿੰਗ, ਫਿਲਟਰ ਕਰਨਾ, ਡਾਟਾ ਫਿਲਟਰ ਕਰਨਾ। ਦੈਨ ਅੱਗੇ ਸਾਡੇ ਕੋਲ ਆ ਗਿਆ ਫਿਲਟਰ ਦੀ ਕਮਾਂਡ ਆਏ ਸਾਡੇ ਕੋਲ। ਅਸੀਂ ਇੱਕ ਹੋਰ ਕੰਮ ਕਰਦੇ ਜੀ, ਡਾਟਾ ਵੈਲੀਡੇਸ਼ਨ ਦਾ। ਫਿਰ ਉਸੇ ਤਰ੍ਹਾਂ ਅਸੀਂ ਕਾਪੀ ਨੈਕਸਟ ਵਿੱਚ ਪੇਸਟ ਕਰ ਲਿਆ ਇਹਦੇ ਵਿੱਚ ਆ ਕੇ। ਵੈਸੇ ਤੁਸੀਂ ਇੱਕੋ ਹੀ ਜਗ੍ਹਾ 'ਤੇ ਵੀ ਸਾਰੇ ਫੰਕਸ਼ਨ ਆਪਾਂ ਲਗਾ ਸਕਦੇ ਸੀ, ਲੇਕਿਨ ਅਲੱਗ-ਅਲੱਗ ਆਪਾਂ ਕੰਮ ਕਰਦੇ ਪਏ ਹਾਂ, ਤੇ ਇਸ ਕਰਕੇ ਅਲੱਗ-ਅਲੱਗ ਸ਼ੀਟਸ ਆਪਾਂ ਬਣਾ ਲਈਆਂ। ਜਿਸ ਤਰ੍ਹਾਂ ਅਸੀਂ ਮਾਰਕਸ ਭਰਦੇ ਪਏ, ਇਹ ਸ਼ੀਟ ਡਾਟਾ ਵੈਲੀਡੇਸ਼ਨ ਦੀ ਬਣਾਈ ਆ, ਅਸੀਂ ਮਾਰਕਸ ਇਸ ਸ਼ੀਟ ਦੇ ਵਿੱਚ ਭਰਦੇ ਪਏ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਤੋਂ ਕੋਈ ਗਲਤ ਐਂਟਰੀ ਨਾ ਹੋ ਜਾਵੇ। ਇੱਥੇ ਅਗਰ ਅਸੀਂ 0 ਤੋਂ ਲੈ ਕੇ 50 ਤੱਕ ਮਾਰਕਸ ਭਰਨੇ ਆ, ਜਾਂ 0 ਤੋਂ ਲੈ ਕੇ 100 ਤੱਕ ਮਾਰਕਸ ਭਰਨੇ ਆ, ਤਾਂ ਕਿਤੇ ਸਾਡੇ ਤੋਂ ਗਲਤੀ ਨਾਲ 100 ਤੋਂ ਜ਼ਿਆਦਾ ਮਾਰਕਸ ਨਾ ਭਰੇ ਜਾਣ, ਉਹਦੇ ਲਈ ਅਸੀਂ ਡਾਟਾ ਵੈਲੀਡੇਸ਼ਨ ਲਗਾਉਂਦੇ ਹਾਂ। ਅਸੀਂ ਇਹਦੇ ਵਿੱਚ ਇਹਨੂੰ ਸਿਲੈਕਟ ਕਰਕੇ ਡੇਟਾ, ਉਹਦੇ ਵਿੱਚ ਡੇਟਾ ਵੈਲੀਡੇਸ਼ਨ ਪਹਿਲਾਂ ਦੇਖ ਲਓ, ਰੇਂਜ ਸਿਲੈਕਟ ਕਰ ਲੈਣੀ ਹੈ। ਡਾਟਾ ਟੈਗ ਦੀ ਟੈਬ ਦੇ ਵਿੱਚ ਇੱਥੇ ਆਪਣੇ ਕੋਲ ਡਾਟਾ ਰਿਬਨ ਖੁੱਲਿਆ, ਡਾਟਾ ਵੈਲੀਡੇਸ਼ਨ, ਤੇ ਡਾਟਾ ਵੈਲੀਡੇਸ਼ਨ ਆ ਗਿਆ। ਹੁਣ ਇਹਦੇ ਵਿੱਚ ਅਸੀਂ ਇਹ ਅਲੱਗ-ਅਲੱਗ ਤਰ੍ਹਾਂ ਦੀ ਸਾਡੇ ਕੋਲ ਵੈਲੀਡੇਸ਼ਨ ਆ। ਐਨੀ ਵੈਲਿਊ ਹੋਲ ਨੰਬਰ 'ਤੇ ਲਾਉਣੀ ਹੈ, ਡੈਸੀਮਲ 'ਤੇ ਲਾਉਣੀ ਹੈ, ਲਿਸਟ 'ਤੇ ਲਾਉਣੀ ਹੈ, ਕਿਸ ਤਰ੍ਹਾਂ ਨਾਲ ਅਸੀਂ ਕਰਨੀ ਹੈ। ਅਸੀਂ ਇੱਥੇ ਹੋਲ ਨੰਬਰ 'ਤੇ ਲਗਾ ਦਿੰਦੇ ਹਾਂ। ਉਹਦੇ ਵਿੱਚ ਆਪਸ਼ਨਸ ਅਲੱਗ-ਅਲੱਗ ਹੁੰਦੀਆਂ, ਐਨੀ ਵੈਲਿਊ 'ਤੇ ਆਊਗੀ ਤਾਂ ਇਸ ਤਰ੍ਹਾਂ ਦੀ ਆਪਸ਼ਨ ਸਾਡੇ ਕੋਲ ਆ ਰਹੀ ਹੈ।
ਹੋਲ ਨੰਬਰ ਤੇ ਲਾਉਂਗੇ ਤਾਂ ਸਾਡੇ ਨਾਲ ਹੋਰ ਆਪਸ਼ਨਸ ਆ ਜਾਂਦੀਆਂ। ਇੱਥੇ ਅਸੀਂ ਹੋਲ ਨੰਬਰ ਤੇ ਲਗਾਣੀ ਹੈ। ਡਾਟਾ ਬਿਟਵੀਨ, ਨੋਟ ਬਿਟਵੀਨ, ਇਕੁਅਲ ਟੂ, ਨੋਟ ਇਕੁਅਲ ਟੂ, ਅਲੱਗ-ਅਲੱਗ ਸਾਡੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਾਡੇ ਕੋਲ ਆਪਸ਼ਨਸ ਨੇ। ਅਸੀਂ ਬਿਟਵੀਨ ਯੂਜ਼ ਕਰ ਲੈਂਦੇ ਹਾਂ ਕਿ ਸਾਡੇ ਕੋਲ ਡੇਟਾ ਜਿਹੜਾ ਹੈਗਾ ਮਿਨੀਮਮ ਵੈਲਿਊ 0 ਤੇ ਮੈਕਸਿਮਮ ਵੈਲਿਊ 100 ਤੱਕ ਹੋਵੇ। ਇਹ ਮੈਂ ਪਹਿਲਾਂ ਲਗਾਇਆ, ਇਸ ਕਰਕੇ ਵੈਲਿਊਜ਼ ਭਰੀਆਂ ਹੋਈਆਂ, ਆਪਾਂ ਦੁਬਾਰਾ ਤੇ ਭਰ ਸਕਦੇ ਹਾਂ। ਔਰ ਅਸੀਂ ਕਹਿੰਦੇ ਹਾਂ ਵੀ ਇਹਦੇ ਵਿੱਚ ਜਿਹੜੇ ਮਾਰਕਸ ਅਸੀਂ ਭਰਨੇ ਆ ਉਹ 0 ਤੋਂ ਲੈ ਕੇ 100 ਤੱਕ ਹੋਵੇ, ਇਸ ਤੋਂ ਘੱਟ ਜਾਂ ਵੱਧ ਨਾ ਹੋਣ। ਠੀਕ ਹੈ। ਉਸ ਤੋਂ ਨਾਲ ਹੀ ਇਹਦੇ ਵਿੱਚ ਇੱਕ ਇਨਪੁਟ ਮੈਸੇਜ ਵੀ ਦੇ ਸਕਦੇ ਹਾਂ ਵੀ ਜਦੋਂ ਅਸੀਂ ਕਰਸਰ ਲੈ ਕੇ ਜਾਂਦੇ ਹਾਂ ਉਹਦੇ ਵਿੱਚ ਇਨਪੁਟ ਵਿੱਚ ਸਾਡੇ ਕੋਲ ਨਾਲ ਮੈਸੇਜ ਦੇਵੇ ਇਨਪੁਟ ਵੈਲਿਊ ਐਂਟਰ ਵੈਲਿਊਜ਼ ਬਿਟਵੀਨ 0 to 100, ਜਿਸ ਤਰ੍ਹਾਂ ਇੱਥੇ ਦੇ ਰਿਹਾ ਹੈ। ਔਰ ਐਰਰ ਅਲਰਟ ਜਿਹੜਾ ਹੈਗਾ ਉਹ ਅਸੀਂ ਸਟਾਪ ਦਾ ਰੱਖਿਆ ਹੋਇਆ ਇਸ ਤਰ੍ਹਾਂ ਨਾਲ। ਹੋਰ ਜ਼ਿਆਦਾ ਕੁਝ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੈ। ਸੋ ਉਹ ਸੈਟਿੰਗ ਤੇ ਆਈ, ਅਸੀਂ ਵੈਲੀਡੇਸ਼ਨ ਲਾਈ ਹੋਲ ਨੰਬਰ ਬਿਟਵੀਨ 0 to 100, ਓਕੇ। ਸੋ ਅਸੀਂ ਹੁਣ ਅਗਰ ਇਹਦੇ ਵਿੱਚ 50 ਹੈ, 85 ਆਇਆ, ਇੱਥੇ ਲਿਖਿਆ ਹੋਇਆ, ਇੱਥੇ ਕਹਿੰਦਾ ਇਨਪੁਟ ਵੈਲਿਊ ਐਂਟਰ ਵੈਲਿਊਜ਼ ਬਿਟਵੀਨ 0 to 100, ਇਹਨੇ ਦੱਸਤਾ ਸਾਨੂੰ। ਫਿਰ ਵੀ ਅਸੀਂ ਅਗਰ ਇੱਥੇ ਜ਼ਿਆਦਾ ਸਾਡੇ ਤੋਂ ਭਰਿਆ ਜਾਂਦਾ, ਸਪੋਜ਼ ਅਸੀਂ ਕਰ ਲਓ ਅਸੀਂ 15 ਭਰਨਾ, ਅਸੀਂ ਭਰਿਆ ਹੈਗਾ 105, ਅਸੀਂ ਜਦੋਂ ਕਰਾਂਗੇ ਤਾਂ ਸਾਡੇ ਕੋਲ ਇੱਕ ਐਰਰ ਮੈਸੇਜ ਆ ਜਾਂਦਾ, ਦ ਵੈਲਿਊ ਯੂ ਐਂਟਰਡ ਇਜ਼ ਨਾਟ ਵੈਲਿਡ, ਕਿ ਇਹ ਵੈਲਿਡ ਨਹੀਂ ਹੈਗੀ, ਰੀਟਰਾਈ ਦੁਬਾਰਾ ਭਰੋ। ਫਿਰ ਸਾਨੂੰ ਉੱਥੋਂ ਕੋਈ ਹੋਰ ਭਰਨੀ ਪਏਗੀ। ਸਪੋਜ਼ ਕਰ ਲਓ ਅਸੀਂ ਇੱਥੇ ਭਰਨੀ ਸੀ 75 ਤੇ ਸਾਡੇ ਕੋਲ ਪ੍ਰੈਸ ਹੋ ਗਿਆ 705, ਐਂਟਰ ਪ੍ਰੈਸ ਕੀਤਾ ਤਾਂ ਵੀ ਉਹਨੇ ਐਰਰ ਮੈਸੇਜ ਦਿੱਤਾ। ਅਸੀਂ ਇਹਦੇ ਤੇ ਜੇ 75 ਆ ਜਾਂ 58 ਆ ਉਹ ਸਹੀ ਭਰੀ ਜਾਊਗੀ। ਸਪੋਜ਼ ਇਹਨੂੰ ਇੱਥੇ ਡਿਲੀਟ ਕਰ ਦਿੰਦੇ ਹਾਂ। ਇੱਧਰ 45 ਆ, ਇੱਥੇ 86, ਇੱਥੇ 59, 60 ਤੱਕ ਤਾਂ ਸਹੀ ਭਰੀ ਗਈ। ਅਗਰ ਅਸੀਂ ਇੱਥੇ 600 ਭਰਿਆ ਜਾਵੇ ਗਲਤੀ ਨਾਲ, ਉਹ ਸਾਨੂੰ ਐਰਰ ਦਿੰਦਾ। ਹੁਣ ਅਗਰ ਥੋੜੇ ਰਿਕਾਰਡ ਹੋਣ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਕਈ ਵਾਰ ਸਾਡੇ ਕੋਲ ਰਿਕਾਰਡ ਬਹੁਤ ਜ਼ਿਆਦਾ ਹੋ ਜਾਂਦੇ ਆ, ਕਾਹਲੀ ਦੇ ਵਿੱਚ ਇੱਥੇ ਨੰਬਰ ਵੱਧ ਘੱਟ ਵੀ ਭਰੇ ਜਾਂਦੇ ਆ, ਰੇਂਜ ਤੋਂ ਵੱਧ ਹੋ ਜਾਂਦੇ ਆ। ਉਸ ਟਾਈਮ ਤੇ ਇਹ ਚੀਜ਼ ਸਾਨੂੰ ਬਹੁਤ ਕੰਮ ਆਉਂਦੀ ਹੈ। ਇਹ ਸਾਡੇ ਕੋਲੇ ਜਿਹੜਾ ਸੀਗਾ ਡਾਟਾ ਵੈਲੀਡੇਸ਼ਨ, ਅਸੀਂ ਇਸਨੂੰ ਕਹਿੰਦੇ ਹਾਂ। ਡਾਟਾ ਵੈਲੀਡੇਸ਼ਨ। ਸੋ ਬੱਚੋ ਅੱਜ ਆਪਾਂ ਫੰਕਸ਼ਨਸ ਸਿੱਖਿਆ, ਸਿੰਪਲ ਫੰਕਸ਼ਨਸ, ਮੈਕਸੀਮਮ ਮਿਨੀਮਮ ਵੈਲਿਊ ਕੱਢਣੀ, ਐਵਰੇਜ ਕੱਢਣੀ ਅਤੇ ਕਾਊਂਟ ਇਫ ਫੰਕਸ਼ਨ ਹੈ ਜਿਹੜਾ, ਜਿੱਥੇ ਤੁਸੀਂ ਉੱਪਰ ਫੰਕਸ਼ਨ ਆ ਜਾਂਦਾ। ਇਹ ਸਾਡੇ ਕੋਲ ਫੰਕਸ਼ਨ ਬਾਰ ਹੈਗਾ, ਕੋਈ ਵੀ ਅਸੀਂ ਫੰਕਸ਼ਨ ਲਗਾਉਂਦੇ ਹਾਂ ਇਸ ਤੇ ਸਾਨੂੰ ਉਹਦੀ ਸਾਰਾ ਸ਼ੋਅ ਹੋ ਜਾਂਦਾ। ਅਸੀਂ ਕੋਈ ਵੀ ਇੱਥੇ ਫਾਰਮੂਲਾ ਲਿਖਦੇ ਹਾਂ ਕਿਸੇ ਵੀ ਤਰ੍ਹਾਂ ਦਾ, ਤਾਂ ਉਹਦਾ ਜਿਹੜਾ ਹੈਗਾ ਸਾਨੂੰ ਫਾਰਮੂਲਾ ਬਾਰ ਦੇ ਵਿੱਚ ਉਹ ਚੀਜ਼ ਸਾਰੀ ਸ਼ੋਅ ਹੁੰਦੀ ਪਈ ਆ। ਤੇ ਕੋਈ ਵੀ ਫੰਕਸ਼ਨ ਆ ਉਹਦਾ ਵੀ ਐਡਰੈਸ ਸਾਰਾ ਜਿਹੜਾ ਸਾਨੂੰ ਉੱਪਰ ਨਜ਼ਰ ਆਉਂਦਾ। ਇਸ ਢੰਗ ਦੇ ਨਾਲ ਅਸੀਂ ਉੱਪਰ ਦੇਖ ਸਕਦੇ ਹਾਂ ਕਿ ਅਸੀਂ ਸਹੀ ਫਾਰਮੂਲਾ ਜਾਂ ਫੰਕਸ਼ਨ ਲਗਾ ਰਹੇ ਹਾਂ ਜਾਂ ਨਹੀਂ ਲਗਾ ਰਹੇ, ਨਾਲ ਨਾਲ ਸਾਨੂੰ ਪਤਾ ਲੱਗੀ ਜਾਂਦਾ। ਹੁਣ ਅਸੀਂ ਇੱਕ ਹੋਰ ਚੀਜ਼ ਸਿੱਖਦੇ ਹਾਂ। ਕਈ ਵਾਰ ਕੰਮ ਕਰਦੇ ਕਰਦੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਸ਼ੀਟਸ ਬਹੁਤ ਜ਼ਿਆਦਾ ਹੋ ਜਾਂਦੀਆਂ, 25 30 ਸ਼ੀਟਸ ਜਿਹੜੀਆਂ ਹੈਗੀਆਂ, 40 ਸ਼ੀਟਸ ਇਕੱਠੀਆਂ ਹੋ ਜਾਂਦੀਆਂ। ਉਹ ਵੀ ਆਫੀਸ਼ੀਅਲ ਕੰਮ ਕਰਦੇ ਹੋਏ ਇੱਥੇ ਹੋ ਜਾਂਦੀਆਂ, ਅਲੱਗ-ਅਲੱਗ ਨਾਮਾਂ ਦੀਆਂ ਚੀਜ਼ਾਂ ਬਣ ਜਾਂਦੀਆਂ। ਉਹਨਾਂ ਸ਼ੀਟਸ ਨੂੰ ਇੱਥੋਂ ਲੱਭਣਾ ਕਈ ਵਾਰੀ ਟਾਈਮ ਕੰਜ਼ਿਊਮਿੰਗ ਹੋ ਜਾਂਦਾ, ਜ਼ਿਆਦਾ ਟਾਈਮ ਲੱਗਦਾ। ਉਸ ਤੋਂ ਟਾਈਮ ਸੇਵ ਕਰਨ ਦੇ ਵਾਸਤੇ ਆਪਾਂ ਕੀ ਕਰਦੇ ਹਾਂ, ਹੋਮ ਪੇਜ ਇੱਕ ਇੱਥੇ ਬਣਾ ਲੈਂਦੇ ਹਾਂ। ਹੋਮ ਪੇਜ, ਉਹਦੇ ਵਿੱਚ ਜਿੰਨੀਆਂ ਵੀ ਸ਼ੀਟਸ ਹੈਗੀਆਂ ਉਹਨਾਂ ਸਾਰਿਆਂ ਦਾ ਅਸੀਂ ਇੱਥੇ ਨਾਮ ਲਿਖ ਲੈਂਦੇ ਹਾਂ, ਜਾਂ ਕਿਸ ਕਿਸ ਬਾਰੇ ਉਹ ਸ਼ੀਟ ਦੇ ਵਿੱਚ ਡੇਟਾ ਅਸੀਂ ਇਕੱਠਾ ਕੀਤਾ ਹੋਇਆ। ਇੱਥੇ ਅਸੀਂ ਸੀਰੀਅਲ ਨੰਬਰ ਲਿਖਿਆ, ਸ਼ੀਟ ਨੇਮ ਲਿਖਿਆ, ਸੀਰੀਅਲ ਨੰਬਰ ਪਾ ਲਿਆ, ਜਿੰਨੀਆਂ ਵੀ ਸ਼ੀਟਸ ਹੈਗੀਆਂ ਸਾਡੇ ਕੋਲ ਇੱਥੇ ਉਹਨਾਂ ਦੇ ਅਸੀਂ ਨਾਮ ਲਿਖ ਲਏ। ਤੇ ਜਿਹੜੇ ਆਹ ਕਲਰ ਵਗੈਰਾ ਕੀਤਾ ਹੈਗਾ, ਅਸੀਂ ਹੋਮ ਟੈਬ ਤੋਂ ਇਸ ਜਗ੍ਹਾ ਤੋਂ ਕਲਰ ਵਗੈਰਾ ਚੇਂਜ ਕਰ ਸਕਦੇ ਹਾਂ। ਜਿਹੜੀ ਅਸੀਂ ਫਾਰਮੈਟਿੰਗ ਆ ਜਿਹੜੀ ਮਰਜ਼ੀ ਅਸੀਂ ਇੱਥੋਂ ਕਰ ਸਕਦੇ ਹਾਂ। ਇਸਨੂੰ ਸਿਲੈਕਟ ਕਰੋ, ਜਿੰਨੇ ਕੁ ਜਿੱਥੇ ਜਿੱਥੇ ਕਲਰ ਕਰਨਾ ਉਹਨਾਂ ਕੁ ਅਸੀਂ ਉੱਥੋਂ ਸਿਲੈਕਟ ਕਰ ਸਕਦੇ ਹਾਂ। ਇਸ ਢੰਗ ਦੇ ਨਾਲ ਅਸੀਂ ਆਪਣੀ ਜਿਹੜੀ ਲਿਸਟ ਆ ਉਹਨੂੰ ਵਧੀਆ ਬਣਾ ਸਕਦੇ ਹਾਂ ਫਾਰਮੈਟਿੰਗ ਕਰਕੇ। ਸੋ ਆਹ ਜਿਹੜਾ ਹੈਗਾ ਸਾਡੇ ਕੋਲ, ਅਸੀਂ ਇੱਥੇ ਲਿਖਿਆ, ਟਾਈਪ ਕਰ ਲਿਆ ਫੰਕਸ਼ਨਸ, ਸੌਰਟਿੰਗ, ਇੱਥੇ ਫਿਲਟਰਿੰਗ, ਡਾਟਾ ਵੈਲੀਡੇਸ਼ਨ ਇਹਦੇ ਵਿੱਚ ਲਾ ਰੱਖ ਕੇ ਅਸੀਂ ਇਸ ਤਰ੍ਹਾਂ
रख लिया। ਹੁਣ ਆਹ ਦੋ ਜਿਹੜੇ ਉੱਪਰਲੇ ਹੈਗੇ ਆ ਇਹਨਾਂ ਤੇ ਮੈਂ ਲਿੰਕ ਕਰਤਾ ਇਸ ਫੰਕਸ਼ਨ ਤੇ ਸੌਰਟਿੰਗ ਵਾਲੀ ਨੂੰ। ਤੁਸੀਂ ਫੰਕਸ਼ਨ ਤੇ ਕਲਿੱਕ ਕਰੋਗੇ ਤਾਂ ਫੰਕਸ਼ਨ ਵਾਲੀ ਫਾਈਲ ਦੇ ਉੱਪਰ ਇੱਥੇ ਸ਼ੀਟ ਦੇ ਉੱਪਰ ਪਹੁੰਚ ਜਾਂਦਾ ਸਿੱਧਾ। ਹੋਮ ਪੇਜ ਦੇ ਉੱਪਰ ਸੌਰਟਿੰਗ ਤੇ ਕਲਿੱਕ ਕਰੋਗੇ ਤਾਂ ਸੌਰਟਿੰਗ ਵਾਲੀ ਸ਼ੀਟ ਦੇ ਉੱਪਰ ਦੇਖੋ ਪਹੁੰਚ ਗਿਆ ਹੈ। ਠੀਕ ਆ, ਇਸ ਤਰ੍ਹਾਂ ਕਰਨਾ ਕਿਵੇਂ ਆ? ਆਹ ਫਿਲਟਰਿੰਗ ਦੇਖੋ, ਇਸ ਨੂੰ ਸਿਲੈਕਟ ਕਰ ਲਓ। ਇਹ ਹਜੇ ਮੈਂ ਇਹ ਲਿੰਕ ਕੀਤਾ ਨਹੀਂ, ਆਪਾਂ ਫਿਲਟਰਿੰਗ ਤੇ ਕਲਿੱਕ ਕੀਤਾ। ਉਸ ਤੋਂ ਬਾਅਦ ਅਸੀਂ ਜਾਣਾ ਇਨਸਰਟ ਤੇ, ਇਨਸਰਟ ਤੋਂ ਹਾਈਪਰਲਿੰਕ ਤੇ ਕਲਿੱਕ ਕੀਤਾ। ਫਿਰ ਅਸੀਂ ਪਲੇਸ ਇਨ ਦਿਸ ਡਾਕੂਮੈਂਟ ਇਹਦੇ ਤੇ ਕਲਿੱਕ ਕਰਨਾ। ਇਹਦੇ ਵਿੱਚੋਂ ਹੁਣ ਸਾਡੇ ਕੋਲ ਫਿਲਟਰਿੰਗ ਦੇ ਵਾਲੀ ਜਿਹੜੀ ਹੈਗੀ ਆ, ਆਹ ਵਾਲੀ ਜਿਹੜੀ ਸ਼ੀਟ ਆ ਉਹ ਇੱਥੇ ਸਾਨੂੰ ਸ਼ੋ ਹੋ ਰਹੀ ਹੈ ਇਸ ਜਗ੍ਹਾ ਦੇ ਉੱਪਰ। ਇੱਥੇ ਕਲਿੱਕ ਕਰੋ, ਓਕੇ ਕਰ ਲਓ। ਸੋ ਇਹਦਾ ਵੀ ਲਿੰਕ ਲੱਗ ਗਿਆ ਤੇ ਕਲਿੱਕ ਕਰੋਗੇ ਤਾਂ ਹੁਣ ਫਿਲਟਰਿੰਗ ਵਾਲੀ ਖੁੱਲ ਗਈ ਸਾਡੇ ਕੋਲ। ਇਸੇ ਤਰ੍ਹਾਂ ਨਾਲ ਡਾਟਾ ਵੈਲੀਡੇਸ਼ਨ ਤੇ ਕਲਿੱਕ ਕਰੋ, ਹਾਈਪਰਲਿੰਕ ਤੇ ਕਲਿੱਕ ਕਰੋ, ਪਲੇਸ ਇਨ ਦਿਸ ਡਾਕੂਮੈਂਟ, ਡਾਟਾ ਵੈਲੀਡੇਸ਼ਨ, ਓਕੇ। ਇਹਦੇ ਤੇ ਵੀ ਲਿੰਕ ਲੱਗ ਗਿਆ, ਇੱਥੇ ਕਲਿੱਕ ਕਰੋਗੇ ਡਾਇਰੈਕਟ ਉੱਥੇ ਪਹੁੰਚ ਜਾਵਾਂਗੇ। ਹੁਣ ਜੇ ਜ਼ਿਆਦਾ ਸ਼ੀਟਸ ਹੈਗੀਆਂ ਤੇ ਹੋਮ ਪੇਜ ਕਈ ਵਾਰੀ ਪਿੱਛੇ ਚਲਾ ਜਾਂਦਾ, ਸਿੱਧਾ ਹੋਮ ਪੇਜ ਤੇ ਜਾਣ ਲਈ ਕੀ ਕਰਨਾ ਸੀ? ਫਿਰ ਜਿਸ ਤਰ੍ਹਾਂ ਕਿਤੇ ਕੋਈ ਵੀ ਇਹਦੇ ਵਿੱਚੋਂ ਸੈੱਲ ਆ, ਕੋਈ ਵੀ ਸੈੱਲ, ਉਹਨੂੰ ਅਸੀਂ ਹੋਮ ਪੇਜ ਬਣਾ ਲੈਂਦੇ ਹਾਂ। ਜਿਸ ਤਰ੍ਹਾਂ ਫਸਟ ਸੈੱਲ ਹੈ, ਹੋਮ ਬਣਾ ਲਈਏ ਆਪਾਂ, ਇੱਥੇ ਲਿਖਦੇ ਹਾਂ ਹੋਮ ਜਾਂ ਬੈਕ ਲਿਖ ਲੈਂਦੇ ਹਾਂ ਅਸੀਂ। ਇੱਥੇ ਕਲਿੱਕ ਕਰਾਂਗੇ, ਬੈਕ ਹੋਮ ਜਾਂ ਕੁਝ ਵੀ ਲਿਖ ਸਕਦੇ ਹੋ ਤੁਸੀਂ। ਇੱਥੇ ਇਸ ਨੂੰ ਸਿਲੈਕਟ ਕਰੋ, ਹਾਈਪਰਲਿੰਕ ਤੇ ਕਲਿੱਕ ਕਰੋ, ਪਲੇਸ ਇਨ ਦਿਸ ਡਾਕੂਮੈਂਟ ਤੇ ਹੋਮ ਪੇਜ ਤੇ ਕਲਿੱਕ ਕਰ ਲਓ, ਓਕੇ ਕਰ ਲਓ। ਹੁਣ ਜਦੋਂ ਬੈਕ ਦੇ ਉੱਪਰ ਤੇ ਕਲਿੱਕ ਕਰੋਗੇ ਤਾਂ ਸਿੱਧਾ ਹੋਮ ਪੇਜ ਤੇ ਪਹੁੰਚ ਜਾਓ। ਡਾਟਾ ਵੈਲੀਡੇਸ਼ਨ ਤੇ ਜਾਓਗੇ, ਇੱਥੇ ਬੈਕ। ਇਸ ਤਰ੍ਹਾਂ ਤੁਸੀਂ ਇਹ ਜਿਹੜਾ ਹੈਗਾ ਲਿੰਕ ਆ ਉਹ ਹਰ ਇੱਕ ਪੇਜ ਦੇ ਵਿੱਚ ਲਗਾ ਸਕਦੇ ਆ ਇਸ ਤਰ੍ਹਾਂ। ਸੋ ਜਦੋਂ ਵੀ ਤੁਸੀਂ ਫਿਰ ਇਸ ਫਾਈਲ ਦੇ ਵਿੱਚ ਕੰਮ ਕਰੋਗੇ ਤੇ ਉਦੋਂ ਇਹ ਕੰਮ ਤੁਹਾਨੂੰ ਬੜਾ ਸੌਖਾ ਹੋ ਜਾਊਗਾ। ਤੁਹਾਨੂੰ ਆਪਣੀਆਂ ਸ਼ੀਟਸ ਨੂੰ ਲੱਭਣਾ ਤੇ ਉਹਨਾਂ ਨੂੰ ਸਰਚ ਕਰਕੇ ਉਸ ਨੂੰ ਸਿੱਧਾ ਹੀ ਉਹਦੇ ਤੇ ਤੁਸੀਂ ਜਾ ਸਕਦੇ ਹੋ, ਕੋਈ ਮੁਸ਼ਕਿਲ ਨਹੀਂ ਆਊਗੀ ਤੁਹਾਨੂੰ। ਸੋ ਅੱਜ ਮੈਨੂੰ ਉਮੀਦ ਹੈ ਕਿ ਅੱਜ ਦਾ ਇਹ ਜਿਹੜਾ ਵੀਡੀਓ ਹੈ, ਜੋ ਵੀ ਲੈਸਨ ਅੱਜ ਆਪਾਂ ਕੀਤੇ ਹੈਗੇ ਆ, ਫੰਕਸ਼ਨਸ ਕੀਤੇ ਆ, ਸੌਰਟਿੰਗ, ਫਿਲਟਰਿੰਗ, ਡਾਟਾ ਵੈਲੀਡੇਸ਼ਨ ਤੇ ਹੋਮ ਪੇਜ ਕਿਸ ਤਰ੍ਹਾਂ ਬਣਾਉਣਾ, ਕਿਸ ਤਰ੍ਹਾਂ ਲਿੰਕ ਲਗਾਉਣੇ ਆ, ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਊਗੀ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਨੂੰ ਕਰਕੇ ਦੇਖੋਗੇ। ਅਗਰ ਕੋਈ ਵੀ ਤੁਹਾਡੀ ਕੁਐਰੀਜ਼ ਹੈਗੀਆਂ ਤਾਂ ਮੇਰੇ YouTube ਲਿੰਕ ਦੇ ਉੱਪਰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ। ਤੇ ਅੱਗੇ ਤੋਂ ਹੋਰ ਕਿਸੇ ਚੀਜ਼ ਦੇ ਬਾਰੇ ਵੀ ਤੁਸੀਂ ਲੈਸਨ ਲੈਣਾ ਚਾਹੁੰਦੇ ਹੋ, ਉਹਦੇ ਬਾਰੇ ਮੈਨੂੰ ਲਿਖ ਸਕਦੇ ਹੋ, ਤਾਂ ਮੈਂ ਉਹ ਲੈਸਨ ਬਣਾ ਕੇ ਤੁਹਾਨੂੰ ਭੇਜਾਂਗਾ। ਅਗਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਸ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਜੋ ਅੱਗੇ ਤੋਂ ਜਿਹੜੀਆਂ ਵੀ ਵੀਡੀਓਜ਼ ਬਣਾਵਾਂ ਉਹ ਤੁਹਾਡੇ ਤੱਕ ਪਹੁੰਚਦੀਆਂ ਹੋ ਜਾਣ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।